ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning ਜੀ, ਸਤਿ ਸ਼੍ਰੀ ਅਕਾਲ। ਹੈਲੋ ਜੌਲ ਸਾਹਿਬ। ਜੀ ਜੌਲ ਸਾਹਿਬ, ਕੀ ਹਾਲ ਚਾਲ? ਥੈਂਕ ਯੂ, ਵੈਰੀ ਗੁੱਡ ਮਾਰਨਿੰਗ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ, ਮਿਹਰਬਾਨੀ। ਜੌਲ ਸਾਹਿਬ ਆਓ ਫਿਰ ਗੱਲਾਂ ਬਾਤਾਂ ਕਰੀਏ, ਕਾਫੀ ਨਿਊਜ਼ ਅੱਜ ਕਵਰ ਕਰਨੀਆਂ ਨੇ ਜੀ। ਐਂਡ ਬਹੁਤ ਪਹਿਲੀ ਗੱਲ ਤਾਂ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਆਲਵੇਜ਼ ਕਹਿੰਦੇ ਹੋ ਕਿ ਵੀ ਲਿਵ ਇਨ ਅ ਨੰਬਰ 1 ਕੰਟਰੀ, ਐਂਡ ਨੋ ਡਾਊਟ ਜੋ ਸਾਡਾ ਇੱਥੇ ਸਾਨੂੰ ਬੈਨੀਫਿਟਸ ਮਿਲਦੇ ਹਨ, ਚਾਹੇ ਉਹ ਹੈਲਥ ਸੈਕਟਰ ਦੇ ਵਿੱਚ ਹੋਣ, ਚਾਹੇ ਉਹ ਚੰਗੀਆਂ ਸੜਕਾਂ ਹੋਣ, ਕਲੀਨ ਇਨਵਾਇਰਮੈਂਟ ਹੋਣ, ਐਂਡ ਜਿਹੜੇ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਦਾ ਜਿਹੜਾ ਪਾਸਪੋਰਟ, ਇਟਸ ਵਨ ਆਫ ਦਾ ਮੋਸਟ ਪਾਵਰਫੁਲ ਪਾਸਵਰਡਸ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਬਿਲਕੁਲ ਅਰਸ਼, ਇਸ ਤਰ੍ਹਾਂ ਜੀ ਵੀ ਜੇ ਆਪਾਂ ਨਾ ਵੀ ਕਹੀਏ ਨਾ ਵੀ ਇਹ ਮੁਲਕ ਨੰਬਰ 1 ਨਹੀਂ ਗਾ ਜੀ, ਤੇ ਇਹ ਫਿਰ ਸਾਡੇ ਕਹੇ ਦੇ ਮੁਤਾਬਕ ਨਹੀਂ ਹੋ ਜਾਣਾ ਵੀ ਇਹ ਨੰਬਰ 1 ਹੈ ਨਹੀਂ ਗਾ। ਜਿੱਦਾਂ ਹਰ ਇੱਕ ਵਿਅਕਤੀ ਆਪਣੇ ਆਪ ਦੇ ਵਿੱਚ ਬਣ ਸੰਵਰ ਕੇ ਕਵੇ ਵੀ ਮੈਂ ਪਰਫੈਕਟ ਹਾਂ, ਮੇਰੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ ਹੈ ਇਸ ਦੁਨੀਆ ਦੇ ਵਿੱਚ, ਪਰ ਉਹਦੇ ਕਹਿਣ ਨਾਲ ਨਹੀਂ ਉਹਨੇ ਪਰਫੈਕਟ ਹੋ ਜਾਣਾ ਜੀ। ਉਹਦੇ ਐਕਸ਼ਨਸ ਨੇ ਆਪੇ ਹੀ ਬੋਲ ਕੇ ਦੱਸ ਦੇਣਾ ਵੀ ਉਹ ਕੌਣ ਤੇ ਕੀ ਆ। ਜਰਾ ਕੁ ਇਹਨਾਂ ਸਮਾਜਾਂ ਦੇ ਵਿੱਚ ਇਹ ਦੇਖਦੇ ਹੁੰਦੇ ਵੀ ਜਦੋਂ ਬੰਦਾ ਮੂੰਹ ਖੋਲੂਗਾ ਨਾ, ਮੂੰਹ ਖੋਲੂ ਮਤਲਬ ਕੋਈ ਗੱਲ ਕਰੂ, ਕੋਈ ਲਫ਼ਜ਼ ਬੋਲੂ, ਉਹਦੇ ਲਫ਼ਜ਼ਾਂ ਨੇ, ਉਹਦੇ ਐਕਸ਼ਨਸ ਨੇ ਸਮੇਂ ਦੇ ਚੱਲਦਿਆਂ ਆਪੇ ਹੀ ਬੋਲ ਪੈਣਾ, ਆਪੇ ਹੀ ਪ੍ਰੂਵ ਕਰ ਦੇਣਾ, ਆਪੇ ਹੀ ਦੱਸ ਦੇਣਾ ਵੀ ਇਹ ਬੰਦਾ ਤੇ ਬੰਦੀ ਕੌਣ ਆ। ਉਹਨੂੰ ਕਹਿਣ ਦੀ ਲੋੜ ਨਹੀਂ ਵੀ ਮੈਂ ਪਰਫੈਕਟ ਆ ਜੀ। ਏਦਾਂ ਹੀ ਕੈਨੇਡਾ ਦੇਸ਼ ਨੂੰ ਮੌਸਮ ਭਾਵੇਂ ਜਿੱਦਾਂ ਦੇ ਮਰਜ਼ੀ ਸੀਗੇ ਪੁਰਾਣੇ ਸਮਿਆਂ ਦੇ ਵਿੱਚ, ਪਹਿਲੀਆਂ ਜਿੱਥੇ ਠੰਡ ਕਹਿੰਦੇ ਬਹੁਤ ਪੈਂਦੀ ਸੀ, ਪਰ ਇਹ ਮੌਸਮ ਦੇ ਵਿੱਚ ਨੁਕਸ ਕੱਢ ਕੇ ਅੰਦਰ ਨਹੀਂ ਵੜ ਗਏ, ਮੌਸਮ ਨਾਲ ਟੱਕਰ ਲਈ ਹੈ ਤੇ ਕਿੱਦਾਂ ਦਾ ਮੁਲਕ ਦੁਨੀਆ ਦੇ ਵਿੱਚ ਖੜਾ ਕੀਤਾ। ਅੱਜ ਦੁਨੀਆ ਕਹਿੰਦੀ ਆ ਵੀ ਨੰਬਰ 1 ਹੈ। ਕੋਈ ਨਾ ਵੀ ਕਵੇ, ਇੱਥੇ ਆ ਕੇ ਨੁਕਸ ਕੱਢਣੇ ਆ ਜਾਂਦੇ ਨਾ, ਤੇ ਇਹ ਹੈ ਨੰਬਰ 1 ਫੇਰ ਵੀ ਹੈ। ਤੇ ਉਹ ਦੱਸ ਰਹੀ ਆ ਲੋਕਾਂ ਦੀ, ਵਿਦੇਸ਼ਾਂ ਦੇ ਵਿੱਚ ਬੈਠਿਆਂ ਦੀ ਅੱਜ ਵੀ ਤਾਂਗ। ਇੱਥੇ ਪੈਰ ਲੱਗਣ ਤੋਂ ਬਾਅਦ ਤਾਂ ਲੋਕ ਨੁਕਸ ਕੱਢਦੇ ਹੋਣਗੇ ਹਜ਼ਾਰਾਂ, ਪਰ ਆਪਾਂ ਕੱਲ ਗੱਲ ਕਰ ਰਹੇ ਸੀ ਵੀ ਜੇ 18 ਲੱਖ ਲੋਕਾਂ ਨੇ ਅਪਲਾਈ ਕੀਤਾ ਤੇ ਉਹਨਾਂ ਚੋਂ ਜਿਨ੍ਹਾਂ ਨੇ ਇੱਥੇ ਆ ਕੇ ਨੁਕਸ ਕੱਢਣੇ, ਉਹ ਭਾਈ ਹੁਣੇ ਹੀ ਗੂਗਲ ਕਰ ਲਓ ਨੁਕਸ ਕੈਨੇਡਾ ਦੇ। ਸੋ ਤਦ ਕਰਕੇ ਵੀ ਸਾਡੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਨੁਕਸ ਕੱਢੀ ਜਾਈਏ, ਅਸੀਂ ਪ੍ਰਧਾਨ ਮੰਤਰੀ ਦੇ ਗੱਲ ਪਈਏ, ਸਭ ਕੁਛ ਮਾੜਾ ਕਹੀਏ, ਨਾਲੇ ਇੱਥੇ ਖਾਈ ਪੀ ਵੀ ਜਾਈਏ, ਬੜਾ ਵਧੀਆ ਆਨੰਦ ਮਾਣੀਏ ਜ਼ਿੰਦਗੀ ਦਾ ਜੀ। ਮੈਂ ਇਹੋ ਜਿਹੇ ਦੁਨੀਆ ਦੇ ਵਿੱਚ ਇਲਾਕੇ ਦੇਖੇ ਅਰਸ਼, ਜਿੱਥੇ ਨਾ ਤੁਸੀਂ ਸਵੇਰੇ ਉੱਠਦੇ ਹੋ ਤੇ ਤੁਹਾਨੂੰ ਪਾਣੀ ਚਾਹੀਦਾ ਹੱਥ ਮੂੰਹ ਪੈਰ ਧੋਣ ਨੂੰ, ਚਾਹ ਬਣਾਉਣ ਨੂੰ ਜੀ, ਤੇ ਕਈ ਵਾਰੀ ਤੁਹਾਨੂੰ ਪਹਿਲਾਂ ਘੜਾ ਚੁੱਕ ਕੇ ਬਾਹਰ ਤੁਰ ਕੇ ਜਾਣਾ ਪੈਂਦਾ ਕਈ ਕਿਲੋਮੀਟਰ। ਬਿਲਕੁਲ ਜੀ। ਉਹ ਜਿਹੜਾ ਤੁਸੀਂ ਬਾਲਟੀਆਂ 2 ਭਰ ਕੇ ਲੈ ਕੇ ਆਓਗੇ, ਉਹਦੇ ਨਾਲ ਹੀ ਤੁਸੀਂ ਸਾਰੀ ਦਿਨ ਦੇ ਆਪਣੇ ਕਾਰਜ ਉਹ ਨਿਬੇੜਨੇ ਆ। ਰਾਈਟ। ਤੇ ਅਸੀਂ ਕੀ ਇੱਥੇ ਹੱਥ ਮੂੰਹ ਧੋਣ ਲੱਗਿਆ ਕਈ ਵਾਰੀ 2-2 ਬਾਲਟੀਆਂ ਉਦਾਂ ਹੀ ਨਹੀਂ ਡੋਲ ਦਿੰਦੇ। ਕਦੀ ਦੇਖਿਆ ਗਰਮ ਕਿੱਧਰੋਂ ਆਉਂਦਾ, ਠੰਡਾ ਕਿੱਧਰੋਂ ਆਉਂਦਾ ਜੀ। ਹਾਂਜੀ, ਸੋ ਤਦ ਕਰਕੇ ਇਹ ਆ ਵੀ ਨੁਕਸ ਕੱਢਣ ਲੱਗੀਏ ਤਾਂ ਆਪਣੇ ਆਪ 'ਚ ਹੀ ਬਥੇਰੇ ਆ। ਆਪਣੇ ਆਪ ਨੂੰ ਹਰ ਵਿਅਕਤੀ ਨੰਬਰ 1 ਕਹੀ ਜਾਊ ਤੇ ਉਹਦੇ ਕਹਿਣ ਨਾਲ ਨਹੀਂ ਕੋਈ ਫਰਕ ਪੈਣਾ। ਏਦਾਂ ਹੀ ਆ ਵੀ ਇਸ ਮੁਲਕ ਨੂੰ ਕੋਈ ਘਟੀਆ ਕਹੀ ਜਾਊ ਤੇ ਉਹਦੇ ਕਹਿਣ ਨਾਲ ਇਹਨੇ ਘਟੀਆ ਨਹੀਂ ਹੋ ਜਾਣਾ। ਤੇ ਕੰਧ ਤੇ ਲਿਖਿਆ ਹੋਇਆ ਦਿਸ ਰਿਹਾ ਵੀ ਅੱਜ ਵੀ ਇਹ ਨਾਰਥ ਅਮਰੀਕਨ ਕੰਟਰੀਜ਼ US ਐਂਡ ਕੈਨੇਡਾ ਨੰਬਰ 1 ਹੀ ਆ ਜੀ। ਤੇ ਨਹੀਂ ਤੇ ਫਿਰ ਜਿਹੜੇ ਲੋਕਾਂ ਨੂੰ ਭੱਲ ਨਹੀਂ ਪਚੀ ਸੀ, ਉਹਨਾਂ ਦੇ ਰੋਣੇ ਵਿਲਕਣੇ ਕਦੀ ਏਅਰਪੋਰਟਾਂ ਤੇ ਜਾ ਕੇ ਦੇਖ ਲੈਣਾ ਜਦੋਂ ਉਹਨਾਂ ਨੂੰ ਮੋੜਿਆ ਜਾਂਦਾ, ਤੇ ਜਾਂ ਫਿਰ ਇੱਥੋਂ ਜਿਹੜੇ ਮੁੜ ਕੇ ਗਏ ਤੇ ਗਈਆਂ ਉਹਨਾਂ ਦੀ ਜ਼ਿੰਦਗੀ ਜਾਂ ਉਹਨਾਂ ਦੇ ਦਿਲ ਦੀ ਗੱਲ ਪੁੱਛ ਲੈਣਾ ਵੀ ਹੁਣ ਉਹਨਾਂ ਦੀ ਚਾਹਤ ਕੀ ਆ, ਵੀ ਨੁਕਸ ਵਾਲੇ ਮੁਲਕ 'ਚ ਫੇਰ ਜਾਣਾ ਜੀ ਕਿ ਹੁਣ ਠੀਕ ਆ, ਜਿੱਥੋਂ ਤੁਰਿਆ ਸੀ, ਜਿੱਥੋਂ ਤੁਰੀ ਸੀ ਉੱਥੇ ਮੁੜ ਆਈਆਂ ਤਾਂ। ਸੋ ਇਸ ਕਰਕੇ ਤਦੇ ਕਰਕੇ ਆਪਾਂ ਕਹਿੰਦੇ ਵੀ ਭੱਲ ਪਚਣਾ ਬਹੁਤ ਜ਼ਰੂਰੀ ਹੈ। ਕੈਨੇਡਾ ਦਾ ਪਾਸਪੋਰਟ ਦਹਾਕਿਆਂ ਤੋਂ ਦੁਨੀਆ ਦੇ ਵਿੱਚ ਵਨ ਆਫ ਦਾ ਟੌਪ ਮੋਸਟ ਪਾਵਰਫੁਲ ਪਾਸਪੋਰਟ ਚੱਲਿਆ ਆ ਰਿਹਾ, ਜੋ ਕਿ ਅੱਜ ਵੀ ਏਦਾਂ ਹੀ ਆ ਜੀ। ਅੱਜ ਵੀ ਏਦਾਂ ਹੀ ਆ। ਦੁਨੀਆ ਦੇ ਟੌਪ 10 ਪਾਸਪੋਰਟਸ ਦੇ ਵਿੱਚੋਂ ਜਾਣੀ ਕਿ ਕੈਨੇਡਾ ਦੇ ਪਾਸਪੋਰਟ ਨੂੰ 7ਵਾਂ ਸਥਾਨ ਅਰਸ਼ ਪ੍ਰਾਪਤ ਹੋਇਆ ਜੀ। ਬਿਲਕੁਲ ਜੀ। ਹੁਣ ਇਸ ਦੁਨੀਆ ਧਰਤੀ ਨੂੰ ਜਿਹੜਾ ਟੁਕੜਿਆਂ ਦੇ ਵਿੱਚ ਵੰਡਿਆ ਹੋਇਆ, ਕਹਿੰਦੇ ਜੀ ਕੁੱਲ ਦੇਸ਼ UN ਉਹਦੇ ਮੁਤਾਬਕ ਹੈਗੇ 195,
195 ਦੇ ਵਿੱਚੋਂ 185 ਆ ਜਿੱਥੇ ਆਪਾਂ ਬਿਨਾਂ ਵੀਜ਼ਾ ਤੋਂ ਜਾ ਸਕਦੇ ਹਾਂ। ਬਿਲਕੁਲ। ਅੱਛਾ 185 ਤੇ ਬਾਕੀ ਤੇ 8-10 ਹੀ ਬਚੇ ਜੀ। ਹੁਣ ਜਰਾ ਦੇਖੀਏ ਵੀ 8-10 ਕਿਹੜੇ ਆ, ਹੈ ਨਾ। ਉਹਦੇ ਵਿੱਚ ਉੱਥੇ ਦੇਖੋ ਜਿੰਨੇ ਭਾਰਤ ਦੇ ਆਲੇ ਦੁਆਲੇ ਦੇਸ਼ ਆ ਨਾ, ਮਤਲਬ 6-7 ਤਾਂ ਉਹੀ ਹੋ ਜਾਂਦੇ ਆ। ਇੱਕ ਤਾਂ ਸਾਡਾ ਭਾਰਤ ਹੀ ਆ ਜਿੱਥੇ ਵੀਜ਼ਾ ਲੈ ਕੇ ਜਾਣਾ ਪੈਂਦਾ, ਉਹਨਾਂ ਨੇ ਆਸਾਨ ਕੀਤਾ ਸੀ, ਹੁਣ ਫੇਰ ਕਾਫੀ ਰੁਕਾਵਟਾਂ ਨੇ ਉਹਦੇ ਨਾਲ ਹੀ। ਲੇਕਿਨ ਕਿ ਆਪਾਂ ਦੇਖਦੇ ਹਾਂ ਰਸ਼ੀਆ 'ਚ ਵੀਜ਼ਾ ਲੈ ਕੇ ਜਾਣਾ ਪੈਂਦਾ, ਭਾਰਤ ਦੇ ਨਾਲ ਨਾਲ ਨੇਪਾਲ ਲੱਗਦਾ ਉੱਥੇ ਵੀਜ਼ਾ ਲੈ ਕੇ ਜਾਣਾ ਪੈਂਦਾ, ਬੰਗਲਾਦੇਸ਼ ਦੇ ਵਿੱਚ ਵੀਜ਼ਾ ਲੈ ਕੇ ਜਾਣਾ ਪੈਂਦਾ, ਅਫਗਾਨਿਸਤਾਨ ਦੇ ਵਿੱਚ ਵੀਜ਼ਾ ਲੈ ਕੇ ਜਾਣਾ ਪੈਂਦਾ, ਪਾਕਿਸਤਾਨ ਦੇ ਵਿੱਚ ਵੀਜ਼ਾ ਲੈ ਕੇ ਜਾਣਾ ਪੈਂਦਾ, ਚੀਨ ਦੇ ਵਿੱਚ ਤੇ ਜਾਣਾ ਪੈਣਾ ਹੀ ਹੈ ਜੀ। ਸੋ ਕੁੱਲ ਮਿਲਾ ਕੇ ਜਾਣੀ ਕਿ ਜਿੱਥੇ ਕੈਨੇਡਾ 'ਚ ਵਸਦੇ ਲੋਕ ਜਾਂ ਭਾਰਤ ਵਿੱਚ ਵਸਦੇ ਵੀ ਲੋਕ, ਉਹਨਾਂ ਦੇ ਦਿਲ ਦੀ ਤਮੰਨਾ ਹੋਵੇ ਵੀ ਮੈਂ ਇਸ ਦੁਨੀਆ ਦੇ ਹਿੱਸੇ 'ਚ ਜਾਣਾ ਚਾਹੁੰਦਾ ਤੇ ਜਾਣਾ ਚਾਹੁੰਦੀ ਹਾਂ ਜੀ, ਉੱਥੇ ਜਾਣ ਦੀ ਕੈਨੇਡੀਅਨ ਪਾਸਪੋਰਟ ਪੂਰੀ ਖੁੱਲ੍ਹ ਦਿੰਦਾ ਜੀ 100%। ਕੁੱਲ ਮਿਲਾ ਕੇ ਲੇਕਿਨ ਕਿ ਜਿਹੜਾ ਜੀ ਭਾਰਤ ਦੇ ਸਿਟੀਜ਼ਨ ਹੈਗੇ ਆ ਉਹ ਦੁਨੀਆ ਦੇ 60 ਮੁਲਕਾਂ 'ਚ ਵੀਜ਼ਾ ਲਏ ਤੋਂ ਬਿਨਾਂ ਜਾ ਸਕਦੇ ਆ ਜੀ। ਪਰ ਉਹ ਕਿਹੜੇ ਮੁਲਕ ਆ ਤੁਹਾਨੂੰ ਪਤਾ ਹੀ ਆ ਜਿੱਥੇ ਤੁਸੀਂ ਜਾਣਾ ਆਮ ਤੌਰ ਤੇ ਨਾ ਚਾਹੋਗੇ ਜੀ। ਸੋ ਏਦਾਂ ਕਰਕੇ ਹੀ ਆ ਵੀ ਜਿਹੜਾ ਬੰਗਲਾਦੇਸ਼ ਦਾ ਪਾਸਪੋਰਟ ਆ ਉਹ ਭਾਰਤ ਨਾਲੋਂ ਵੀ ਥੋੜਾ ਉਹਦੀ ਸਥਿਤੀ ਵੀਕ ਹੈ। ਉਹਨਾਂ ਦੇ ਜਿਹੜੇ 40 ਮੁਲਕਾਂ 'ਚ ਜਾ ਸਕਦੇ ਨੇ, ਏਦਾਂ ਹੀ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ 31 ਮੁਲਕਾਂ 'ਚ ਜਾ ਸਕਦੇ ਨੇ, ਸੋ ਭਾਰਤ ਨਾਲੋਂ ਵੀ ਅੱਧੇ ਲਗਭਗ ਜੀ। ਨੇਪਾਲ ਦੇ ਲੋਕ ਆ ਜਿਹੜੇ ਜੀ ਉਹ 37 ਕੁ ਮੁਲਕਾਂ ਦੇ ਵਿੱਚ ਬਿਨਾਂ ਵੀਜ਼ਾ ਲਿਆ ਜਾ ਸਕਦੇ ਆ, ਤੇ ਸ੍ਰੀਲੰਕਾ ਉਹਨਾਂ ਦੀ ਸਥਿਤੀ ਵੀ ਬਹੁਤ ਵਧੀਆ ਨਹੀਂ ਆ, 41 ਦੇਸ਼ਾਂ ਦੇ ਵਿੱਚ ਜਾ ਸਕਦੇ ਆ। ਸੋ ਇਹ ਸਾਰੇ ਅੰਡਰ 100 ਹੀ ਆ, ਜਾਣੀ ਕਿ ਇਹਨਾਂ ਦਾ ਜੇ ਨੰਬਰ ਰੈਂਕਿੰਗ ਦੇ ਵਿੱਚ ਦੇਖਿਆ ਜਾਵੇ ਜੀ। ਸੋ ਸਾਡੇ ਮਾਣਮੱਤੇ ਪਾਸਪੋਰਟ ਕੈਨੇਡੀਅਨ ਦਾ ਜਿਹੜਾ ਜੀ ਉਹ 7ਵਾਂ ਨੰਬਰ ਆ, US ਦਾ ਜਿਹੜਾ ਜੀ ਉਹ 6ਵਾਂ ਨੰਬਰ ਆ। ਸੋ ਕੁੱਲ ਮਿਲਾ ਕੇ ਨੇੜੇ ਤੇੜੇ ਹੀ ਨੇ ਜੀ, ਕਿਉਂਕਿ US ਦੇ ਸਿਟੀਜ਼ਨਸ ਨੂੰ ਮਿਲੀ ਹੋਈ ਆ ਭਾਰਤ ਦੇ ਵਿੱਚ ਔਨ ਅਰਾਈਵਲ ਜਾਂ ਕਹਿ ਲਓ ਵੀ ਔਨਲਾਈਨ ਜਿਹੜਾ ਵੀਜ਼ਾ ਲੈ ਕੇ ਜਾਣਾ ਵਿਜ਼ਿਟਰ ਟੂਰਿਸਟ ਦੇ ਤੌਰ ਤੇ, ਉਹ ਜਿਹੜੀ ਫੈਸਿਲਿਟੀ ਆ ਭਾਰਤ ਨੇ ਵਿਦਡਰਾ ਕੈਨੇਡੀਅਨ ਤੋਂ ਤੇ UK ਜਾਂ ਹੋਰ ਯੂਰਪੀਅਨ ਕੰਟਰੀਜ਼ ਤੋਂ ਕੀਤੀ ਹੋਈ ਆ। ਸੋ ਕੁੱਲ ਮਿਲਾ ਕੇ ਜਿਹੜਾ ਜੀ ਭਾਰਤ ਦਾ ਪਾਸਪੋਰਟ ਅੱਜ ਤੁਸੀਂ ਬੜੀ ਸ਼ਾਨ ਨਾਲ ਕਹਿ ਸਕਦੇ ਹੋ ਕਿ ਵੀ ਇਹ ਸਾਡੀ ਜੇਬ ਦੇ ਵਿੱਚ ਆ, ਤੇ ਮਤਲਬ ਦੁਨੀਆ ਸਾਡੀ ਜੇਬ ਦੇ ਵਿੱਚ ਆ। ਪਰ ਇਹ ਮੇਰਾ ਇੱਕ ਗੱਤਾ ਹੀ ਨੀਗਾ, ਇੱਕ ਘਮੰਡ ਨੀਗਾ। ਕੈਨੇਡੀਅਨ ਪਾਸਪੋਰਟ ਇੱਕ ਕਿਰਦਾਰ ਦਾ ਨਾਂ ਆ ਜੀ। ਕੈਨੇਡੀਅਨ ਸਿਟੀਜ਼ਨਸ ਦਾ ਕਿਰਦਾਰ, ਉਹਨਾਂ ਦੇ ਬੋਲੇ ਹੋਏ ਲਫ਼ਜ਼, ਉਹਨਾਂ ਦੇ ਐਕਸ਼ਨਸ, ਉਹਨਾਂ ਦੇ ਡਿਸੀਜਨਸ ਦੱਸਣਗੇ ਵੀ ਉਹ ਕੌਣ ਆ ਜੀ। ਕੈਨੇਡੀਅਨ ਪਾਸਪੋਰਟ ਇੱਕ ਕਿਰਦਾਰ ਦਾ ਨਾਂ ਆ। ਕੈਨੇਡੀਅਨ ਪਾਸਪੋਰਟ ਜੇਬ ਵਿੱਚ ਪਾ ਕੇ ਜੇ ਤੁਹਾਡਾ ਆਚਰਣ ਮਤਲਬ ਬੇਈਮਾਨੀਆਂ ਲੁੱਟਾ ਮਾਰਾ ਕਰਨਾ ਹੈ, ਇੱਥੇ ਘੁਣ ਵਾਂਗੂ ਇਸ ਦੇਸ਼ ਨੂੰ ਖਾਣਾ ਹੈ, ਤੇ ਤੁਸੀਂ ਟਰੂ ਕੈਨੇਡੀਅਨ ਹੋ ਨਹੀਂ ਸਕਦੇ ਹੋ। ਆਓ ਫਿਰ ਲੈਂਦੇ ਆ ਫਰਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਰਸ਼ ਤੇ ਜੋਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ। ਜੋਲ ਸਾਹਿਬ ਮੈਂ ਅਮਰਪਾਲ ਪਵਾਰ ਬੋਲਦਾ। ਪਹਿਲਾਂ ਤਾਂ ਤੁਹਾਡਾ ਧੰਨਵਾਦ ਖਬਰਾਂ ਵਾਸਤੇ, WhatsApp ਤੇ ਅਪਡੇਟ ਕਰਨ ਵਾਸਤੇ। ਦੂਜਾ ਗਾਇਬ ਕਾਲ ਕਰੀ ਦੀ ਆ, ਉਦੋਂ ਵੀ ਤੁਸੀਂ ਹੈਲਪ ਕਰਦੇ ਆ। ਇੱਕ ਚੀਜ਼ ਹੋਰ ਆ ਵੀ ਜਿਹੜੀ ਗੌਰਮੈਂਟ ਆ ਆਮ ਤੌਰ ਤੇ ਕਈ ਵਾਰ ਕਈ ਪਾਰਟੀਆਂ ਵੀ ਕਹਿ ਦਿੰਦੇ ਆ ਵੀ ਅਸੀਂ ਲੇਡੀ ਨੂੰ ਤੇ ਬੰਦੇ ਨੂੰ 50-50 ਕਰਾਂਗੇ, ਬਰਾਬਰ ਰੱਖਾਂਗੇ। ਉਹ ਕਰਨ ਨਾ ਕਰਨ, ਪਰ ਮੈਂ ਤੁਹਾਡੀਆਂ ਖਬਰਾਂ ਤੁਹਾਡੀ ਗੱਲਬਾਤ ਤੋਂ ਹਮੇਸ਼ਾ ਸੁਣਦਾ ਵੀ ਕੋਈ ਵੀ ਗੱਲ ਹੋਵੇ ਬੀਬੀਆਂ ਚੋਰ ਚੋਰਨੀਆਂ ਤੇ ਬੰਦੀਆਂ, ਤੁਸੀਂ 110% ਬਰਾਬਰ ਰੱਖਦੇ ਆ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ ਅਰਸ਼ ਏਦਾਂ ਆ ਜੀ, ਇਹ ਚੀਜ਼ਾਂ ਜਿਹੜੇ ਸਮਾਜ ਵਿੱਚੋਂ ਆਪਾਂ ਆਏ ਆ ਉੱਥੋਂ ਆਦਤਾਂ ਇੱਥੇ ਵੀ ਨਾਲੇ ਇੰਪੋਰਟ ਕੀਤੀਆਂ। ਟੈਚੀਆਂ 'ਚ ਸਮਾਨ ਭਾਵੇਂ ਨਵਾਂ ਸੀ, ਸਰੀਰਾਂ ਦੇ ਕੱਪੜੇ ਨਵੇਂ ਸੀ, ਨਹਾ ਵੀ ਲਿਆ ਸੀ, ਪਰ ਦਿਮਾਗ 'ਚ ਜਾਣੀ ਗੁਬਾਰ ਉਹੀ ਸੀਗਾ ਕਈ ਵਾਰੀ ਗੰਦਗੀਆਂ ਵਾਲਾ। ਉਹ ਸਪਸ਼ਟ ਹੋ ਜਾਂਦਾ ਜੀ। ਸ਼ੁਰੂ 'ਚ ਜਦੋਂ ਜਾਣੀ ਇਹ ਕਰਦੀਆਂ ਅਸੀਂ ਇਹ ਦੱਸਣਾ ਚਾਹਿਆ, ਤੇ ਕਈ ਵਾਰੀ ਸਾਨੂੰ ਕਾਲਸ ਆ ਜਾਂਦੀਆਂ ਸੀ, ਮੈਸੇਜ ਆਉਂਦੇ ਸੀ ਵੀ ਜੇ ਕਰਦੇ ਕਹਿ ਦਈਏ ਤੇ ਉਹ 'ਚ ਕਰਦੀਆਂ ਆਪੇ ਹੀ ਆ ਜਾਂਦਾ। ਤੇ ਫਿਰ ਮੈਂ ਪੁੱਛਦਾ ਵੀ ਜੇ ਕਰਦੀਆਂ ਕਹਿ ਦਈਏ ਤੇ ਉਹ 'ਚ ਕਰਦਾ ਆਪੇ ਕਿਉਂ ਨਹੀਂ ਆ ਜਾਂਦਾ? ਕਦੀ ਸੋਚਿਆ ਆਪੇ ਕਿੱਦਾਂ ਆ ਜਾਂਦਾ ਜੀ? ਕਿਉਂਕਿ ਅਸੀਂ ਚਾਹੁੰਦੇ ਨਹੀਂ ਬਰਾਬਰਤਾ ਦੇਣੀ, ਹੈ ਨਾ। ਜਾਂ ਸਾਡੇ ਮਨ ਵਿੱਚ ਇਹ ਗੱਲ ਏਦਾਂ ਸ਼ੁਰੂ ਤੋਂ ਚੱਲੀ ਆਉਂਦੀ ਆ, ਲਕੀਰ ਦੇ ਫਕੀਰ ਆਪਾਂ ਬਣੇ ਹੋਏ ਆ ਪੀੜ੍ਹੀ ਦਰ ਪੀੜ੍ਹੀ ਜੀ। ਉੱਥੇ ਅੱਜ ਵੀ ਥਾਣੇ ਜਾਓ ਕਿੱਦਾਂ ਪਰਚਾ ਲਿਖਦੇ ਆ, ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ। ਓਕੇ, ਕਿਸੇ ਸਕੂਲ ਦੇ ਵਿੱਚ ਜਾਓ ਕਿੱਦਾਂ ਬੱਚੇ ਦਾ ਨਾਂ ਲਿਖਦੇ ਆ, ਫਲਾਨੀ ਕੌਰ ਪੁੱਤਰੀ ਫਲਾਨਾ ਸਿੰਘ। ਹਾਂ ਪੁੱਤਰੀ। ਤੇ ਜਿਹਨੇ ਜਨਮ ਦਿੱਤਾ ਉਹਦਾ ਕਿਤੇ ਨਾਂ ਹੀ ਨਹੀਂ। ਜਿਹਨਾਂ ਸਕੂਲਾਂ ਦੇ ਵਿੱਚ ਅਸੀਂ ਜਾ ਕੇ ਇਹ ਆਵਾਜ਼ ਉਠਾਈ ਜੀ, ਉਹਨਾਂ ਦੇ ਕੰਨ ਖੋਲੇ ਅਧਿਆਪਕਾਂ ਦੇ, ਪ੍ਰਿੰਸੀਪਲਾਂ ਦੇ, ਉਹਨਾਂ ਨੂੰ ਇਹ ਗਿਆਨ ਹੋਇਆ ਕਿ ਅਸੀਂ ਕੁਛ ਗਲਤ ਕਰ ਰਹੇ ਹਾਂ, ਉਹਨਾਂ ਨੇ ਉਹ ਸ਼ੁਰੂ ਕਰ ਦਿੱਤਾ ਕੰਨਾਂ ਤੇ ਲਿਖਣਾ।
ਅਸੀਂ ਹੁਣ ਰੋਜ਼ ਨਹੀਂ ਉੱਥੇ ਜਾਂਦੇ, ਕੰਮ ਇਹ ਸਰਕਾਰਾਂ ਦੇ ਆ, ਪਰ ਸਾਡੀ ਨਜ਼ਰ 'ਚ ਕੋਈ ਚੀਜ਼ ਚੜ੍ਹਨੀ ਚਾਹੀਦੀ ਆ ਵੀ ਬੇਇਨਸਾਫੀ ਹੋ ਰਹੀ ਆ, ਅਸੀਂ ਉੱਥੇ ਖੜਾਂਗੇ। ਬਿਲਕੁਲ, ਕਿਉਂਕਿ ਗੁਰੂ ਦੀ ਸਿੱਖਿਆ ਕੀ ਹੈ ਕਿ ਕਿੱਥੇ ਬੇਇਨਸਾਫੀ ਕਿਹਦੇ ਨਾਲ ਹੋਈ ਤੁਸੀਂ ਖੜਨਾ ਹੈ, ਗੱਲਾਂ ਹੀ ਨਹੀਂ ਕਰੀ ਜਾਣੀਆਂ ਇੱਧਰ ਉੱਧਰ, ਹਨਾ। ਐਕਸ਼ਨ ਲੈਣਾ, ਐਕਸ਼ਨ, ਅਸੀਂ ਐਕਸ਼ਨ ਲੈਨੇ ਆ, ਕੋਈ ਇਹ ਮਾਣ ਵਾਲੀ ਗੱਲ ਨਹੀਂ, ਸਾਡਾ ਫਰਜ਼ ਬਣਦਾ, ਕੋਈ ਇਹ ਨਹੀਂ ਕਿ ਅਸੀਂ ਗਿਣਾਉਂਦੇ ਆ, ਪਰ ਹੁਣ ਗੱਲ ਚੱਲੀ ਆ ਤੇ ਦੱਸ ਦਿੰਦੇ ਆ ਵੀ ਇਹ ਕਰਦੇ ਕਰਦੀਆਂ ਦਾ ਜਦੋਂ ਅਸੀਂ ਫਰਕ ਪੈਣਾ ਨੂੰ ਬਰਾਬਰ ਦਾ ਮਾਤਾਵਾਂ ਨੂੰ ਅਸੀਂ ਦਰਜਾ ਦੇਣ ਦੀ ਗੱਲ ਕਰਦੇ ਆ ਤੇ ਕਈਆਂ ਨੂੰ ਇਹ ਸ਼ੁਰੂ 'ਚ ਗੱਲ ਬਹੁਤ ਚੁੱਭੀ। ਅਰਸ਼ ਮੈਂ ਅੱਜ ਦੱਸ ਦੇਣਾ ਚਾਹੁੰਦਾ ਕਿ ਸਾਨੂੰ ਮੈਸੇਜ ਆਉਂਦੇ ਸੀ, ਸਾਨੂੰ ਫੋਨ ਆਉਂਦੇ ਸੀ ਕਿ ਜੀ ਇਹਦਾ ਕੀ ਫਾਇਦਾ ਹੈ, ਤੇ ਜੇ ਏਦਾਂ ਬੋਲਦੀ ਤਾਂ ਐ ਹੋ ਵਿੱਚੇ ਆ ਜਾਂਦੀਆਂ, ਨਹੀਂ ਆ ਜਾਂਦੀਆਂ, ਕਿੱਦਾਂ ਆ ਜਾਂਦੀਆਂ? ਇਹ ਤੇ ਫਿਰ ਉਹ ਹੋ ਗਿਆ ਨਾ ਵੀ ਮੰਨ ਲਓ ਵਰਗਮੂਲ 100 ਹੈ, ਸਕੂਲਾਂ 'ਚ ਏਦਾਂ ਸਵਾਲ ਮੰਨਦੇ ਹੁੰਦੇ ਸੀਗੇ ਜੀ, ਮੰਨ ਕਿੱਦਾਂ ਲਿਆ ਜਾਵੇ ਜਿੰਨੇ ਚਿਰ ਦਰਜਾ ਦਿੰਦੇ ਨਹੀਂ ਹੋ? ਉਹ ਮੰਨ ਕਿੱਦਾਂ ਲਿਆ ਜਾਵੇ ਵੀ ਤੁਸੀਂ ਕੁੜੀ ਨੂੰ ਪੜ੍ਹਾਤਾ, ਕੁੜੀ ਨੂੰ ਵਿਆਹਤਾ ਤੇ ਕੰਮ ਮੁੱਕ ਗਿਆ? ਕਿੱਦਾਂ ਮੁੱਕ ਗਿਆ ਕੰਮ? ਮੈਂ ਸਮਝਾਂਗਾ ਕਿ ਉਸ ਪਿਤਾ ਨੂੰ, ਉਸ ਮਾਤਾ ਨੂੰ ਕਦੇ ਸਵਰਗ ਨਹੀਂ ਮਿਲ ਸਕਦਾ ਜਿਹੜੇ ਆਪਣੀ ਪ੍ਰਾਪਰਟੀ ਦੀ ਡਿਵੀਜ਼ਨ ਬੇਇਨਸਾਫੀ ਕਰਕੇ ਗਏ ਆ, ਲੜਕੀ ਦਾ ਹੱਕ ਮਾਰ ਕੇ ਗਏ ਇਸ ਦੁਨੀਆ 'ਚੋਂ। ਉਹ ਨਾ ਸੋਚਣ ਵੀ ਉਹਨਾਂ ਨੂੰ ਸਵਰਗ ਮਿਲ ਜੂਗਾ, ਪਹਿਲੀ ਗੱਲ ਉਹਨਾਂ ਨੂੰ ਸੋਚਣਾ ਹੀ ਨਹੀਂ ਚਾਹੀਦਾ, ਕਿਉਂਕਿ ਬੇਇਨਸਾਫੀ ਤਾਂ ਤੁਸੀਂ ਧਰਤੀ ਤੇ ਕਰਕੇ ਜਾ ਰਹੇ ਹੋ ਆਪਣੀ ਔਲਾਦ ਦੇ ਨਾਲ। ਕਿ ਉਹਨੂੰ ਵਿਆਹ ਤਾਂ ਘਰੋਂ ਕੱਟਦਾ ਤੇ ਬਸ ਹੁਣ ਨਿਕਲੀ ਰਵੇ, ਬਸ ਠੀਕ ਠਾਕ ਆ। ਇਹ ਗੱਲ ਨਹੀਂ ਹੋਣੀ ਚਾਹੀਦੀ। ਲੜਕਾ ਤੁਹਾਡੇ ਘਰ ਜਨਮਿਆ, ਉਹ ਲੜਕੀ ਵਿਆਹ ਕੇ ਲਿਆ ਸਕਦਾ, ਲੜਕੀ ਵੀ ਡਿਸਾਈਡ ਕਰ ਸਕਦੀ ਆ ਪਿਤਾ ਦੇ ਘਰ ਉਹ ਜਨਮੀ ਆ, ਉਹੀ ਉਹਦਾ ਘਰ ਆ, ਉਹਦਾ ਘਰ ਕਿਤੇ ਹੋਰ ਨਹੀਂ ਆ, ਉਹੀ ਆ ਉਹਦਾ ਘਰ, ਕੋਈ ਅਹਿਸਾਨ ਨਹੀਂ ਆ। ਤੇ ਤਲਾਕ ਤੋਂ ਬਾਅਦ ਮੁੜ ਵੀ ਆਈ ਤੇ ਕੋਈ ਅਹਿਸਾਨ ਨਹੀਂ ਆ, ਉਹ ਆਪਣੇ ਘਰ ਵਾਪਸ ਆਈ ਆ ਜੀ। ਅਸੀਂ ਕਹਿੰਦੇ ਜੀ ਵਿਆਹ ਤੇ ਆਪਣੇ ਘਰ ਚਲ ਗਈ, ਉਹ ਮੁੰਡੇ ਦਾ ਘਰ ਤੁਹਾਡਾ ਆਪਣਾ ਆ ਤੇ ਕੁੜੀ ਦਾ ਘਰ ਕਿਉਂ ਨਹੀਂ ਆਪਣਾ? ਉਹ ਵੀ ਤੇ ਉਹੋ ਜਿਹੀ ਜਨਮੀ ਆ ਘਰ ਵਿੱਚ, ਉਹ ਵੀ ਵਿਆਹ ਕੇ ਆਪਣਾ ਪਤੀ ਘਰ ਵਿੱਚ ਲਿਆ ਸਕਦੀ ਆ। ਗੱਲ ਪਤੇ ਦੀ ਇਹ ਆ, ਪਰ ਮੰਨਣ ਨੂੰ ਆਪਾਂ ਤਿਆਰ ਨਹੀਂ, ਕਿਉਂਕਿ ਅਸੀਂ ਬੇਇਨਸਾਫੀ ਸਾਡੇ ਹੱਡਾਂ 'ਚ ਤੇ ਖੂਨ 'ਚ ਰਚੀ ਹੋਈ ਆ ਵੀ ਅਸੀਂ ਕਰਨੀ ਆ ਲੜਕੀ ਨਾਲ। ਸੋ ਇਸ ਕਰਕੇ ਇਸ ਗੱਲ ਨੂੰ ਕੈਨੇਡਾ 'ਚ ਆ ਕੇ ਵੀ ਨਹੀਂ ਛੱਡਿਆ ਤੇ ਤਦੇ ਕਰਕੇ ਅਸੀਂ ਕਹਿੰਦੇ ਵੀ ਅਸੀਂ ਬੇਈਮਾਨ ਆਦਤਾਂ ਜਿਹੜੀਆਂ ਉੱਥੋਂ ਨਾਲ ਦਿਮਾਗਾਂ 'ਚ ਲਿਆਏ ਆ, ਇੱਥੇ ਲਿਆ ਕੇ ਵੀ ਉਹਨਾਂ ਨੂੰ ਉਦਾਂ ਹੀ ਇੰਪਲੀਮੈਂਟ ਕਰ ਰਹੇ ਆ। ਉਹਨਾਂ ਲੋਕਾਂ ਦੇ ਮੁਲਕ ਵਿੱਚ ਜਿਨ੍ਹਾਂ ਨੇ ਲੜਕੀ ਤੇ ਲੜਕੇ ਦਾ ਕੋਈ ਫਰਕ ਹੀ ਨਹੀਂ ਕੀਤਾ, ਉਹਨਾਂ ਪੇਰੈਂਟਸ ਨੇ ਕਦੀ ਦੇਖਿਆ ਹੀ ਨਹੀਂ ਫਿਰ ਲੜਕੇ ਨੂੰ ਕੀ ਜਾ ਰਿਹਾ ਤੇ ਲੜਕੀ ਨੂੰ ਕੀ ਜਾ ਰਿਹਾ। ਉਹ ਤੁਸੀਂ ਲੜਕੀ ਨੂੰ 5% ਤੇ ਲੜਕਿਆਂ ਨੂੰ 95%, ਕੋਈ ਚੱਪਣੀ ਹੋਵੇ ਘਰ ਦੇ ਵਿੱਚ ਤੇ ਉਹਦੇ 'ਚ ਹੀ ਨੱਕ ਲੈ ਲੈਣਾ ਚਾਹੀਦਾ ਵੀ ਕੀ ਕਰ ਰਹੇ ਹਾਂ ਅਸੀਂ, ਕਿਹੜੇ ਦੇਸ਼ ਵਿੱਚ ਆ ਕੇ ਕਰ ਰਹੇ ਹਾਂ। ਉੱਥੇ ਤਾਂ ਤੁਸੀਂ ਮਜਬੂਰੀਆਂ ਗਣਾਈ ਜਾਂਦੇ ਆ, ਇੱਥੇ ਕੀ ਗੱਲ ਆ? ਇੱਥੇ ਕਿਹੜੀ ਮਜਬੂਰੀ ਆ ਵੀ ਤੁਸੀਂ ਬੇਇਨਸਾਫੀਆਂ ਕਰਨੋਂ ਹਟਦੇ ਨਹੀਂ? ਘਰ ਵਿੱਚ ਪਰਿਵਾਰਾਂ ਦੇ ਟੱਬਰਾਂ 'ਚ ਲੜਕੀਆਂ ਦੇ ਨਾਲ, ਜਿਨ੍ਹਾਂ ਦੇ ਜਿਹੜੇ ਬਹੁਤ ਲੜਕੇ, ਮੈਂ ਓਵਰਡੋਜ਼ ਦੇ ਨਾਲ ਕਿੰਨੇ ਮਰਦੇ ਆ ਲੜਕੇ, ਲੜਕੀਆਂ ਕਿੰਨੀਆਂ ਮਰਦੀਆਂ ਵੀ ਓਵਰਡੋਜ਼ ਨਾਲ, ਕਿ ਉਹਨਾਂ ਦੇ ਸਾਹਮਣੇ ਉਹ ਆਪਸ਼ਨ ਹੈ ਨਹੀਂ ਕਿ ਉਹੀ ਨਸ਼ੇ ਖਾਣ ਵਾਲੀ। ਤਦ ਕਰਕੇ ਮੈਂ ਕਹਿੰਦਾ ਵੀ ਜਿਹੜਾ ਇਹ ਘਮੰਡ ਨਾਲ ਮੈਂ ਲੜਕੀ ਨੂੰ ਜੀ ਲੜਕੇ ਵਾਂਗੂ ਪਾਲਿਆ ਜੀ, ਅਸੀਂ ਕਹਿੰਦੇ ਆ ਕਿ ਇਸ ਜਹਾਨ ਦੇ ਵਿੱਚ ਜੋ ਹੁਣ ਸਮਾਂ ਚੱਲ ਰਿਹਾ ਇਸ ਵੇਲੇ, ਲੜਕਿਆਂ ਨੂੰ ਲੜਕੀਆਂ ਵਾਂਗੂ ਪਾਲਣ ਦੀ ਲੋੜ ਹੈ ਤਾਂ ਕਿ ਉਹ ਕ੍ਰਾਈਮ ਤੋਂ, ਉਪਦਰਾਂ ਤੋਂ ਉਹਨਾਂ ਦਾ ਆਚਰਣ ਕਿਰਦਾਰ ਕੋਈ ਬਿਲਡ ਹੋ ਸਕੇ ਜੀ। ਸੋ ਇਸ ਕਰਕੇ ਜਿਹੜਾ ਇਹ ਲੜਕੇ ਜਨਮਣ ਤੇ ਮੁੱਛਾਂ ਨੂੰ ਤਾਂ ਤੇ ਕੁੜੀ ਜੰਮਣ ਤੇ ਅੰਦਰ ਵੜ ਜਾਣਾ, ਅਫਸੋਸ ਕਰਨਾ, ਰੋਣਾ ਪਿੱਟਣਾ ਪਾਉਣਾ, ਅਰਦਾਸਾਂ ਕਰਨੀਆਂ ਵੀ ਇੱਕ ਕੁੜੀ 2 ਕੁੜੀਆਂ ਹੋ ਗਈਆਂ ਹੁਣ ਰੱਬ ਸੁਣ ਲਵੇ, ਇਹ ਨਿਹਾਇਤ ਦਰਜੇ ਦੀ ਬੇਵਕੂਫੀ, ਪਛੜਿਆ ਅਫਗਾਨੀ ਸੋਚ ਹੈ। ਇਹ ਅਫਗਾਨੀ ਸੋਚ ਅਸੀਂ ਕਹਿ ਸਕਦੇ ਹਾਂ ਕਿਉਂਕਿ ਉੱਥੇ ਇਹ ਸਭ ਕੁਝ ਚੱਲਦਾ ਆ। ਅਸੀਂ ਵੀ ਸਾਡੇ ਖੂਨ ਹੱਡਾਂ 'ਚ ਚੀਜ਼ਾਂ ਉੱਥੇ ਰਚੀਆਂ ਹੋਈਆਂ। ਮੁੰਡਾ ਹੀ ਹੋਣਾ ਚਾਹੀਦਾ, ਮੁੰਡੇ 6 ਹੋ ਜਾਣ ਮੁੱਛਾਂ ਨੂੰ ਤਾਂ ਹੀ ਆ, ਕੁੜੀਆਂ 6 ਹੋ ਜਾਣ ਦੱਸਿਆ ਸੀ ਆਪਾਂ ਕੀ ਹੋਇਆ ਹਾਲ ਜੀ, ਮਾਂ ਨੂੰ 5 ਲੈ ਕੇ ਖੂਹ 'ਚ ਛਾਲ ਮਾਰਨੀ ਪਈ। ਕਿੱਥੋਂ ਆਏ ਆਪਾਂ ਤੇ ਕੀ ਕਰ ਰਹੇ ਆ? ਇਹ ਆਪਾਂ ਪਛਾਣੀਏ। ਨੁਕਸ ਕੈਨੇਡਾ ਵਿੱਚ ਵੀ ਕੱਢ ਲਿਓ, ਬਰੈਂਪਟਨ 'ਚ ਵੀ ਕੱਢ ਲਿਓ, ontario 'ਚ ਵੀ ਕੱਢ ਲਿਓ, ਸਾਰੀ ਦੁਨੀਆ ਬ੍ਰਹਿਮੰਡ 'ਚ ਕੱਢ ਲਿਓ, ਆਪਣੇ ਤਾਂ ਕੱਢ ਲਓ ਪਹਿਲਾਂ। ਜੋਲ ਸਾਹਿਬ, ਜਿਹੜਾ ਕਿਊਬੈਕ ਦੇ ਵਿੱਚ ਨਵਾਂ ਕਹਿ ਰਹੇ ਨੇ ਇੰਪਲੀਮੈਂਟ ਕਰਨਾ ਜੀ, ਜਿਹੜੇ ਵੈਕਸੀਨੇਟਡ ਨਹੀਂ ਹੈ ਉਹਨਾਂ ਨੂੰ ਟੈਕਸ, the idea of taxing them, and majority of Canadians ਬੜੇ ਖੁਸ਼ ਨੇ, ਬੜੇ ਸਪੋਰਟ ਕਰ ਰਹੇ ਨੇ ਇਸ ਲਾਅ ਨੂੰ ਲੈ ਕੇ। ਦੇਖੋ ਅਰਸ਼, ਜਿਹੜੀ ਨਾ ਕੈਨੇਡੀਅਨ ਕਮਿਊਨਿਟੀ ਆ ਸਾਰੀ, ਇਹ ਹੈਗੀ ਬੜੀ ਅਵੇਅਰ, ਦੁਨੀਆ ਦੇ ਵਿੱਚ ਨੰਬਰ 1 ਹੈ। ਜੇ ਦੇਸ਼ ਨੰਬਰ 1 ਹੈ ਤੇ ਲੋਕਾਂ ਕਰਕੇ ਆ ਨਾ, ਲੋਕਾਂ ਦੇ ਕਿਰਦਾਰ ਕਰਕੇ, ਉਹਨਾਂ ਦੀ ਸੋਚ ਕਰਕੇ ਆ। ਉਹਨਾਂ ਦੀ ਸੋਚ ਇਹ ਕਹਿੰਦੀ ਆ ਵੀ ਜੇ 90% ਨੇ ਲਵਾ ਲਿਆ ਨਾ ਟੀਕਾ ਜੀ, ਤੇ ਮਤਲਬ ਜੇ ਉਹਦੇ ਰਿਜ਼ਲਟ ਸਹੀ ਪ੍ਰਾਪਤ ਹੋ ਰਹੇ ਆ ਵੀ ਵੈਕਸੀਨੇਟਡ ਲੋਕ ਜੇ ਹਸਪੀਟਲ ਜਾਣਾ ਵੀ ਪੈ ਜੇ ਬਹੁਤ ਥੋੜੇ ਜਿਹੇ ਪਰਸੈਂਟੇਜ ਨੂੰ, ਤੇ ਬੜੇ ਵਧੀਆ ਵਾਪਸ ਆ ਜਾ ਰਹੇ ਆ, ਹਨਾ, ਕੋਈ ਮੌਤ ਨਹੀਂ ਹੋ ਰਹੀ ਉਹਨਾਂ ਦੀ। ਇਸ ਕਰਕੇ ਤੇ ਵੈਕਸੀਨ ਦੇ ਰਿਜ਼ਲਟ ਜੇ ਅੱਛੇ ਪ੍ਰਾਪਤ ਹੋ ਰਹੇ ਆ, ਮੈਜੋਰਿਟੀ ਲੋਕ ਉਹ ਲਵਾ ਕੇ ਸੇਫ ਰਿਹਾ, ਮੌਤ ਦਾ ਤਾਂਡਵ ਰੁਕਿਆ ਹੋਇਆ। ਤੇ ਜਿਨ੍ਹਾਂ ਨੇ ਫਿਰ ਨਹੀਂ ਲਵਾਈਆਂ ਹੋਈਆਂ, ਹੁਣ ਕਿਊਬੈਕ ਦੇ ਵਿੱਚ ਕੀ ਆ, ਕਹਿੰਦੇ ਜੀ 10% ਨੇ ਟੀਕਾ ਨਹੀਂ ਲਵਾਇਆ ਜੀ,
ਤੇ ਹਸਪਤਾਲ 'ਚ ਜਦੋਂ ਮਰੀਜ਼ ਜਾ ਕੇ ਗਿਣਦੇ ਆ ਤੇ ਉਹ ਅੱਧਿਆਂ ਤੋਂ ਵੱਧ ਜਾਣੀ 50% ਤੋਂ ਵੱਧ ਉਹ ਆ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ। ਸੋ ਅਨਵੈਕਸੀਨੇਟਡ ਲੋਕਾਂ ਦੀ ਪਾਪੂਲੇਸ਼ਨ ਕੁਬੈਕ ਦੇ ਵਿੱਚ 10% ਆ। ਹਸਪਤਾਲਾਂ 'ਚ ਜਾ ਕੇ ਗਿਣੀਏ ਤੇ ਮਰੀਜ਼ਾਂ ਦੀ ਗਿਣਤੀ ਅਨਵੈਕਸੀਨੇਟਡ ਜਿਹੜੇ 50% ਤੋਂ ਵੀ ਵੱਧ ਆ। ਜੀ 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 ਜੀ। ਤੇ ਫਿਰ ਇਹ ਅੰਕੜਾ ਕੀ ਦੱਸਦਾ ਕਿ ਸਾਨੂੰ ਵੈਕਸੀਨ ਤੇ ਭਰੋਸਾ ਕਰ ਲੈਣਾ ਚਾਹੀਦਾ ਜੋ ਸਾਇੰਟਿਸਟ ਸਾਨੂੰ ਕਹਿੰਦੇ ਆ। ਹੁਣ ਜੇ ਅਸੀਂ ਨਹੀਂ ਲਵਾਉਂਦੇ ਤੇ ਜਦੋਂ ਇਹ ਕੋਵਿਡ ਦੇ ਨਾਲ ਫੇਫੜੇ ਸਾਡੇ ਕਿਸੇ ਵੀ ਇਨਫੈਕਸ਼ਨ ਨਾਲ ਚਲੋ ਜਾਮ ਹੁੰਦੇ ਆ, ਸਾਹ ਔਖਾ ਹੁੰਦਾ, ਤੇ ਫਿਰ ਆਪਾਂ ਨੂੰ ਕੀ ਸੁੱਝਦਾ? ਡਾਕਟਰ ਕੋਲ ਜਾਈਏ ਜੀ, ਹਸਪਤਾਲ ਜਾਈਏ ਜੀ, ਉਸੇ ਹੀ ਡਾਕਟਰ ਤੇ ਉਸੇ ਹੀ ਹਸਪਤਾਲ ਕੋਲ ਜਾਈਏ ਜਿਹਦੇ ਕਹਿਣ ਤੇ ਅਸੀਂ ਵੈਕਸੀਨ ਲਵਾਉਣ ਨੂੰ ਤਿਆਰ ਨਹੀਂ। ਤੇ ਫਿਰ ਜਦੋਂ ਉੱਥੇ ਜਾ ਕੇ ਅਸੀਂ ਮੁਫਤ ਵਿੱਚ ਲੰਮੇ ਪੈ ਜਾਣਾ ਤੇ ਫਿਰ ਉਹ ਜੋ ਮਰਜ਼ੀ ਲਾਈ ਖਵਾਈ ਜਾਣ, ਫਿਰ ਅਸੀਂ ਖਾਈ ਪੀ ਜਾਂਦੇ ਵੀ ਹੁਣ ਬਚਾ ਲਓ ਇੱਕ ਵਾਰੀ, ਹੈਂ, ਉਸੇ ਹੀ ਡਾਕਟਰ ਦੇ ਕੋਲ। ਸੋ ਇਸ ਕਰਕੇ ਮੁਫਤ ਵਿੱਚ ਮਿਲਦੀ ਵੈਕਸੀਨ ਲਵਾਉਣੀ ਨਹੀਂ ਤੇ ਮੁਫਤ ਵਿੱਚ ਜਾ ਕੇ ਹਸਪਤਾਲ 'ਚ ਲੰਮੇ ਪੈ ਜਾਣਾ ਤੇ ਬੋਝ ਬਣਨਾ ਹੈਲਥ ਕੇਅਰ ਤੇ। ਇਸ ਕਰਕੇ ਕੁਬੈਕ ਗਵਰਨਮੈਂਟ ਕਹਿੰਦੀ ਆ ਵੀ ਇਹਦੇ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਤੇ ਉਹ ਆ ਰਹੇ ਆ ਇਸ ਵਾਲੇ ਪਾਸੇ ਨੂੰ ਕਿ ਟੈਕਸ ਹੋਣਾ ਚਾਹੀਦਾ। ਤੇ ਉਹ ਅਜੇ ਆਈਡੀਆ ਹੀ ਉਹਨਾਂ ਨੇ ਫਲੋਟ ਕੀਤਾ ਸੀਗਾ ਪ੍ਰੀਮੀਅਰ ਨੇ ਕੱਲ੍ਹ, ਫਰਾਂਸਵਾ ਲੀਗਾਲਡ ਨੇ, ਤੇ ਉਹਦੇ ਲਈ ਫਿਰ ਲੋਕਾਂ ਦਾ ਰਿਸਪੌਂਸ ਆ ਜਿਹੜਾ ਕਾਫੀ ਵੈਸੇ ਪੋਜ਼ੀਟਿਵ ਉਹਨਾਂ ਨੂੰ ਮਿਲ ਰਿਹਾ। ਚਲੋ 100% ਤੇ ਕੁਛ ਨਹੀਂ ਹੁੰਦਾ, ਪਰ ਓਵਰ 50-60% ਲੋਕ ਆ ਜਿਹੜੇ ਜੀ ਓਨਟਾਰੀਓ ਤੇ ਕੁਬੈਕ ਦੇ ਵਿੱਚ ਇਸ ਡਿਸੀਜਨ ਨੂੰ, ਇਸ ਆਈਡੀਆ ਨੂੰ ਗੁੱਡ ਆਈਡੀਆ ਮੰਨ ਰਹੇ ਆ। ਜੋਲ ਸਾਹਿਬ, ਕਾਫੀ ਜਿੱਦਾਂ ਸਾਨੂੰ ਪਤਾ ਹੈ ਕਿ ਕੋਡ ਔਰੇਂਜ ਹਸਪੀਟਲ ਦੇ ਵਿੱਚ ਲੈਕ ਆਫ ਸਟਾਫ, ਨਰਸਿਸ ਦੀ ਘਾਟ ਹੋ ਰਹੀ ਹੈ ਜੀ। ਡਾਕਟਰਸ ਵੀ ਇਸ ਵੇਲੇ ਬੈੱਡ ਤੇ ਬੈਠੇ ਹੋਏ ਨੇ ਆਪ ਬਿਕਾਜ਼ ਆਫ ਦ ਇਨਫੈਕਸ਼ਨ। ਇੰਟਰਨੈਸ਼ਨਲੀ ਟ੍ਰੇਨਡ ਨਰਸਿਸ ਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਜੀ, ਜੋ ਹੈਲਥ ਕੇਅਰ ਸੈਟਿੰਗ ਦੇ ਵਿੱਚ ਕੰਮ ਕਰਨ ਦਾ ਓਨਟਾਰੀਓ ਦੇ ਵਿੱਚ ਇੱਕ ਮੌਕਾ ਬਹੁਤ ਵੱਡਾ ਮਿਲ ਰਿਹਾ ਜੀ, ਬਿਕਾਜ਼ ਅਗੇਨ ਜਿੱਦਾਂ ਆਪਾਂ ਮੈਂ ਕਿਹਾ ਕਿ ਲੈਕ ਆਫ ਸਟਾਫ। ਬਿਲਕੁਲ ਅਰਸ਼, ਇਹ ਨਿਊਜ਼ ਤਾਂ ਬੜੀ ਗੁੱਡ ਆ। ਹੁਣ ਕਿਤੇ ਕਿਤੇ ਜਾਣੀ ਡਰ ਇਸ ਗੱਲ ਦਾ ਹੀ ਆ ਵੀ ਇਹ ਨੌਕਰੀਆਂ ਮਿਲ ਜਾਣ, ਜਿੱਦਾਂ ਨੌਕਰੀ ਜਿੰਨਾ ਚਿਰ ਮਿਲੀ ਨਹੀਂ ਉਹਨਾਂ ਚਿਰ ਆਪਾਂ ਟੈਂਕੀ ਤੇ ਜਦੋਂ ਮਿਲ ਗਈ ਤੇ ਫਿਰ ਆਪਾਂ ਕੰਮ ਨਹੀਂ ਕਰਨਾ। ਏਦਾਂ ਹੀ ਆ ਵੀ ਪਹਿਲਾਂ ਆਪਣੀ ਹਾਲ ਦਵਾਈ ਆ ਵੀ ਨੌਕਰੀ ਨਹੀਂ ਦਿੰਦੇ, ਜਦੋਂ ਨੌਕਰੀ ਮਿਲ ਜਾਂਦੀ ਫਿਰ ਉੱਥੇ ਜਾ ਕੇ ਆਪਾਂ ਸਵੈਟਰ ਬੁਣਨ ਲੱਗ ਪੈਂਦੇ ਹਾਂ। ਉੱਥੇ ਜਾ ਕੇ ਆਪਾਂ ਬੱਚਿਆਂ ਨੂੰ ਕਾਇਦਾ ਫੜਾ ਕੇ ਸਕੂਲ ਜਾ ਝੋਨਾ ਲਾਉਣ ਚੱਲ ਜਾਂਦੇ ਹਾਂ, ਝੋਨਾ ਵਢਾਉਣ ਚੱਲ ਜਾਂਦੇ ਹਾਂ ਵਗੈਰਾ ਵਗੈਰਾ। ਜਿਨ੍ਹਾਂ ਨੇ ਵੈਸੇ ਇਦਾਂ ਦੇ ਕੀਤੇ ਨਾ ਅਧਿਆਪਕਾਂ ਨੇ, ਅਸੀਂ ਉਹਨਾਂ ਦੀ ਜਦੋਂ ਜੀਵਨ ਨੂੰ ਫੋਲੋ ਕਰਦੇ ਤੇ ਬਹੁਤ ਚੰਗਾ ਅੰਤ ਨਹੀਂ ਹੋਇਆ ਉਹਨਾਂ ਦਾ, ਹਨਾ। ਜਦੋਂ ਤੁਸੀਂ ਜੀਵਨ 'ਚ ਬੇਈਮਾਨੀਆਂ ਕਰਦੇ ਹੋ, ਬੋਲੇ ਚੁਸਤ ਬਣਨ ਦੀ ਕੋਸ਼ਿਸ਼ ਕਰਦੇ ਹੋ, ਕੋਈ ਅੰਤ ਬਹੁਤਾ ਚੰਗਾ ਨਹੀਂ ਹੁੰਦਾ। ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਾਅਦ 'ਚ ਫੋਲੋ ਵੀ ਕੀਤਾ ਜੋ ਇੱਦਾਂ ਕਰਦੀਆਂ ਸੀ, ਅੱਜ ਉਹਨਾਂ ਦਾ ਬਣਿਆ ਕੀ 50 ਸਾਲਾਂ ਬਾਅਦ, ਹਨਾ। ਸੋ ਇਸ ਕਰਕੇ ਆ ਜੀ ਵੀ ਹੁਣ ਇਹ ਆਪਰਚੁਨਿਟੀ, ਚਲੋ ਕੋਵਿਡ ਦੀ ਸਿਚੁਏਸ਼ਨ ਦੇ ਕਰਕੇ ਇਹ ਆ ਵੀ ਵੱਡੀ ਤਾਦਾਦ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਸ ਦੇ ਵਿੱਚ ਜਿਹੜੇ ਫੋਰਨਰਸ ਤੋਂ ਇੰਟਰਨੈਸ਼ਨਲ ਟ੍ਰੇਨਡ ਇੱਥੇ ਨਰਸਿਸ ਡਾਕਟਰਸ ਆਉਂਦੇ ਆ, ਉਹਨਾਂ ਦੀ ਇਹ ਸ਼ਿਕਾਇਤ ਰਹੀ ਆ ਕਿ ਜਾਇਜ਼ ਸੀ, ਵੈਲਿਡ ਸੀ, ਹੈ ਵੀ ਕਿ ਵੀ ਅਸੀਂ ਉੱਥੋਂ ਐਜੂਕੇਟਡ ਹੋ ਕੇ ਆਏ ਹਾਂ, ਜੇ ਉੱਥੇ ਅਸੀਂ ਇਲਾਜ ਕਰ ਸਕਦੇ ਸੀ, ਸਰਵ ਕਰ ਸਕਦੇ ਸੀ, ਤੇ ਹਿਊਮਨ ਬੀਇੰਗਸ ਨੂੰ ਇੱਥੇ ਕਿਉਂ ਨਹੀਂ ਕਰ ਸਕਦੇ। ਪਰ ਇੱਥੇ ਦੇ ਸਟੈਂਡਰਡ ਦੇ ਮੁਤਾਬਕ ਜਿਹੜੀਆਂ ਰੁਕਾਵਟਾਂ, ਟੈਸਟਿੰਗ ਤੇ ਹੋਰ ਸਭ ਕੁਝ ਜਿਹੜੇ ਅੱਜ ਵੀ ਉਹਨਾਂ ਦੇ ਥਰੂ ਉਹਨਾਂ ਨੂੰ ਜਾਣਾ ਪੈਂਦਾ ਸੀਗਾ, ਉਹਦੇ ਥਰੂ ਜਾ ਕੇ ਵੀ ਬਹੁਤ ਸਾਰੀਆਂ ਨਰਸਿਸ ਦੀ ਇਹ ਬਰੈਂਪਟਨ ਹਸਪੀਟਲ ਤੋਂ ਸਾਨੂੰ ਸ਼ਿਕਾਇਤ ਜਿਹੜੇ ਲੋਕ ਕਰਦੇ, ਅਸੀਂ ਕੋਲੋਂ ਬਣਾ ਕੇ ਕੁਛ ਨਹੀਂ ਕਹਿੰਦੇ, ਕਿ ਉਹਨਾਂ ਵਿੱਚੋਂ ਇਹ ਆਵਾਜ਼ ਸੁਣਨ ਨੂੰ ਮਿਲ ਜਾਂਦੀ ਆ ਵੀ ਅਸੀਂ ਕੰਮ ਉੱਦਾਂ ਕਰਨਾ ਜਿੱਦਾਂ ਅਸੀਂ ਇੰਡੀਆ 'ਚ ਕਰਦੀਆਂ ਸੀਗੀਆਂ, ਜਿੱਦਾਂ ਅਸੀਂ ਜਲੰਧਰ ਸਰਵ ਕਰਦੇ ਸੀ ਕਲੀਨਿਕਾਂ ਦੇ ਵਿੱਚ। ਤੇ ਫਿਰ ਜਦੋਂ ਅਸੀਂ ਕਹਿੰਦੇ ਆ ਵੀ ਉੱਥੇ 8,000 ਰੁਪਇਆ ਤੁਹਾਨੂੰ ਮਿਲਦਾ ਹੋਊਗਾ, ਇੱਥੇ ਤੁਸੀਂ $40 ਘੰਟੇ ਦੇ ਲੈਣੇ ਆ, $30 ਤੋਂ ਤਾਂ ਗੱਲ ਸ਼ੁਰੂ ਹੋਣੀ ਆ। ਵੀ ਜੇ ਤਨਖਾਹ ਇੱਥੇ ਵਾਲੀ ਲੈਣੀ, ਕੰਮ ਉੱਥੇ ਵਾਲਾ, ਫਿਰ ਕਿੱਦਾਂ ਸਵੀਕਾਰ ਹੋਊਗਾ, ਹਨਾ। ਸੋ ਇਸ ਕਰਕੇ ਇਹ ਆ ਜੀ ਵੀ ਜੇ ਹੁਣ ਤਨਖਾਹਾਂ ਇੱਥੇ ਵਾਲੀਆਂ ਲੈਣੀਆਂ, ਇੱਥੋਂ ਦੇ ਸਟੈਂਡਰਡ ਦੀ ਗੱਲ ਕਰਨੀ ਆ ਤੇ ਕੋਟ ਹੀ ਚਿੱਟਾ ਪਾਉਣਾ ਤੇ ਕਹਿਣਾ ਵੀ ਮੈਂ ਕੰਮ ਉੱਥੇ ਵਾਂਗੂ ਕਰੂੰ, ਇਹ ਤਾਂ ਨਹੀਂ ਗੱਲ ਚੱਲਣੀ। ਇਹ ਗੱਲ ਅਸੀਂ ਵਿਲੀਅਮ ਔਸਲਰ ਹੈਲਥ ਸਿਸਟਮ ਦੀ ਮੈਨੇਜਮੈਂਟ ਦੇ ਕੋਲ ਹਾਈਐਸਟ ਲੈਵਲ ਤੱਕ ਪਹੁੰਚਾਈ ਹੋਈ ਆ। ਤੁਹਾਡੀਆਂ ਕੁਛ ਨਰਸਾਂ ਜਿਹੜੀਆਂ ਇੱਦਾਂ ਸਾਡੇ ਮਰੀਜ਼ਾਂ ਨੂੰ, ਲੋਕਾਂ ਨੂੰ, ਆਪਣੀ ਕਮਿਊਨਿਟੀ ਦੀਆਂ ਨਰਸਾਂ ਹੀ, ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਹੀ ਜਿਹਨਾਂ ਤੋਂ ਆਸ ਕੀਤੀ ਜਾਂਦੀ ਆ ਵੀ ਉਹ ਬੈਟਰ ਸਰਵ ਕਰਨਗੇ, ਨਹੀਂ ਕਰ ਰਹੇ ਜੀ। ਉਹਦੇ ਨਾਲ 'ਚ ਕੁਝ ਐਸੇ ਆਨਸਰ ਹੈਗੇ ਨੇ ਜਿਹੜੇ ਆਦਤਾਂ ਜਾਣੀ ਕਿ ਆਪਣੀਆਂ ਉੱਥੋਂ ਨਾਲ ਲਿਆਂਦੀਆਂ ਹੋਈਆਂ ਇੱਥੇ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਜੀ। ਸੋ ਉਹਦੇ ਨਾਲ ਲੇਕਿਨ ਕਿ ਜੀ ਵੀ ਹੁਣ ਇਹ ਇੱਕ ਆਪਰਚੁਨਿਟੀ ਮਿਲਣ ਜਾ ਰਹੀ ਆ। ਆਪਰਚੁਨਿਟੀ ਇਹ ਕੰਟਰੀ ਜਾਂ ਮੌਕੇ ਦੇ ਲਿਹਾਜ਼ ਨਾਲ ਵਿਅਕਤੀ ਨੂੰ ਮਿਲਦੀ ਹੁੰਦੀ ਆ। ਉਸ ਆਪਰਚੁਨਿਟੀ ਦਾ ਬੈਸਟ ਟੂ ਬੈਸਟ ਆਪਣੀ ਲਾਈਫ ਨੂੰ ਬੈਟਰ ਕਰਨ ਲਈ, ਆਪਣੇ ਪਰਿਵਾਰ ਦੀ ਲਾਈਫ ਨੂੰ ਬੈਟਰ ਕਰਨ ਲਈ, ਆਪਣੀ ਕੰਟਰੀ ਦੇ ਲਾਈਫ ਨੂੰ ਬੈਟਰ ਕਰਨ ਦੇ ਲਈ ਇਸਤੇਮਾਲ ਆ ਜਿਹੜਾ ਜੀ ਉਹ ਕੀਤਾ ਜਾ ਸਕਦਾ। ਪਰ ਜੇ ਹੁਣ ਭਲ ਨਹੀਂ ਪਚੂਗੀ ਤੇ ਉਹ ਬਾਅਦ ਦੀਆਂ ਗੱਲਾਂ ਹੋਣਗੀਆਂ। ਪਰ ਇਹ 1200 ਤੋਂ ਲੈ ਕੇ 1500 ਦੇ ਕਰੀਬ ਨਰਸਿਸ ਸਮਝੀਆਂ ਜਾਂਦੀਆਂ ਜਿਹੜੀਆਂ ਕਿ ਆਲਰੇਡੀ ਇੱਥੇ ਰਜਿਸਟਰਡ ਨੇ, ਵੀ ਉਹਨਾਂ ਨੇ ਉਹ ਆਪਣਾ ਇੰਟਰਨੈਸ਼ਨਲੀ ਜਿਹੜਾ ਜੀ ਵੀ ਨਰਸਿੰਗ ਦੀ ਸਟੱਡੀ ਕੀਤੀ ਹੋਈ ਹੈ, ਉਹ ਕੁਆਲੀਫਾਈ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਅੰਡਰ ਸੁਪਰਵਿਜ਼ਨ ਹੁਣ ਆਪਰਚੁਨਿਟੀ ਮਿਲ ਸਕਦੀ ਆ। ਕੱਲ ਹੈਲਥ ਮਿਨਿਸਟਰ ਨੇ ਇਹਦਾ ਬਕਾਇਦਾ ਤੌਰ ਤੇ ਐਲਾਨ ਵੀ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਸੈਸ ਆ ਇਹ ਇਨੀਸ਼ੀਏਟ ਕਰ ਦਿੱਤਾ ਜਾਣਾ।
ਸੋ ਕਾਫੀ ਸਾਰੇ ਵਿਦੇਸ਼ਾਂ 'ਚ ਪੜ੍ਹ ਕੇ ਜਿਹੜੇ ਟ੍ਰੇਨਡ ਹੋ ਕੇ ਨਰਸਸ ਆਏ ਆ, ਇੱਥੇ ਉਹਨਾਂ ਨੂੰ ਜੌਬ ਕਰਨ ਦਾ ਮੌਕਾ ਮਿਲ ਸਕਦਾ ਜੀ ਹੁਣ। ਜੌਲ ਸਾਹਿਬ ਕੁਇਕਲੀ ਸਾਡੇ ਕੋਲ ਸਿਰਫ 2-3 ਮਿੰਟ ਰਹਿ ਗਏ ਨੇ। ਅਸੀਂ ਹਸਪੀਟਲ ਦੇ ਵਿੱਚ ਜਾਂਦੇ ਹਾਂ ਜੀ, ਸਾਨੂੰ ਕੋਈ ਜੇ ਪ੍ਰੋਬਲਮ ਆਉਂਦੀ ਹੈ, ਅਸੀਂ ਜੇ ਸਾਨੂੰ ਕੋਈ ਲਾਈਕ ਵੈਰੀ ਸੀਰੀਅਸ ਪ੍ਰੋਬਲਮ ਹੁੰਦੀ ਹੈ, ਅਸੀਂ ਹਸਪੀਟਲ ਦੇ ਵਿੱਚ ਜਾਂਦੇ ਹਾਂ, ਪਰ ਕਈ ਲੋਕ ਹੁਣ ਇਨਸੀਡੈਂਟਲੀ ਕੋਵਿਡ ਪੋਜ਼ਿਟਿਵ ਹੋ ਰਹੇ ਨੇ, ਕਰਨ ਕੋਈ ਹੋਰ ਕੁਝ ਹੋਰ ਜਾਂਦੇ ਨੇ ਤੇ ਵਾਪਸ ਆਉਂਦੇ ਤੇ ਬਿਮਾਰੀ ਲੈ ਕੇ ਆ ਜਾਂਦੇ ਆ ਜੀ। ਨਹੀਂ, ਇੱਦਾਂ ਹੁੰਦਾ, ਇੱਦਾਂ ਵੀ ਹੋ ਸਕਦਾ, ਚਲੋ ਹੋ ਤਾਂ ਕੁਛ ਵੀ ਸਕਦਾ, ਆਪਾਂ ਕਹਿੰਦੇ 100% ਤੇ ਕੋਈ ਗੱਲ ਨਹੀਂ ਹੋ ਸਕਦੀ ਨਾ ਜੀ। ਨੁਕਸ ਤਾਂ ਸਦਾ ਹੁੰਦਾ ਹੀ ਹੈ, ਕਿਉਂਕਿ ਪਰਫੈਕਟ ਕੋਈ ਚੀਜ਼ ਬਣਾਈ ਨਹੀਂ ਹੈ, ਇਸ ਕੁਦਰਤ 'ਚ ਨਹੀਂ ਹੈ, ਮਤਲਬ ਕੁਦਰਤ ਦਾ ਰੱਬ ਦਾ ਅਸੂਲ ਨਹੀਂ ਹੈ ਪਰਫੈਕਸ਼ਨ ਜੀ, ਘਾਟਾਂ ਤੇ ਹੁੰਦੀਆਂ ਹੀ ਆ। ਤੇ ਲੇਕਿਨ ਕਿ ਹੁਣ ਇਹ ਹੈ ਜੀ ਜਿਹੜਾ ਇਹ ਇਨਸੀਡੈਂਟਲ ਦਾ ਮਤਲਬ ਇਹ ਸਮਝਿਆ ਗਿਆ ਹੌਸਪੀਟਲ ਦੇ ਸੈਟਅਪ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਕਿਸੇ ਹੋਰ ਆਪਣੀ ਤਕਲੀਫ ਕਰਕੇ ਰੋਗ ਕਰਕੇ ਮਰਜ਼ ਕਰਕੇ ਉੱਥੇ ਇਲਾਜ ਕਰਾਉਣ ਗਏ, ਤੇ ਜਦੋਂ ਇਲਾਜ ਸ਼ੁਰੂ ਕਰਨ ਵੇਲੇ ਉਹਨਾਂ ਨੇ ਕਿਹਾ ਜੀ ਵੀ ਕਰਦੇ ਆ ਪਹਿਲਾਂ ਟੈਸਟ ਕਰ ਲਈਏ ਹਨਾ, ਉਹ ਉੱਥੋਂ ਜਾਣੀ ਪੋਜ਼ਿਟਿਵ ਨਿਕਲ ਆਏ ਹਨਾ। ਸੋ ਉਹਦੇ ਨਾਲ ਫਿਰ ਮਾਮਲਾ ਜਿਹੜਾ ਉਹ ਮਤਲਬ ਦੂਸਰੀ ਦਿਸ਼ਾ ਵੱਲ ਨੂੰ ਤੁਰ ਪੈਂਦਾ, ਪਹਿਲਾਂ ਹੁਣ ਕੋਵਿਡ ਇਹਨਾਂ ਦਾ ਠੀਕ ਕਰ ਲਓ। ਬਿਲਕੁਲ ਉਸ ਲਿਹਾਜ਼ ਨਾਲ ਇਹ ਆ ਜੀ ਵੀ ਜਾਣੀ ਕਿ ਜੇ ਕਹੀਏ ਵੀ ਹੁਣ ਇੱਥੇ ਸਾਡੇ ਪੇਸ਼ੈਂਟਸ ਜਿਹੜੇ ਆ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਆ ਜਿਹੜੇ ਹੌਸਪੀਟਲ ਦੇ ਵਿੱਚ ਆ ਓਨਟਾਰੀਓ ਦੇ ਵਿੱਚ, ਉਹਨਾਂ ਦੇ ਵਿੱਚੋਂ ਆਲਮੋਸਟ ਅੱਧੇ ਜਾਣੀ 46% ਉਹ ਆ ਜਿਹੜੇ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਨਸੀਡੈਂਟਲੀ ਹੌਸਪੀਟਲ ਪਹੁੰਚੇ ਸੀ ਕਿਸੇ ਹੋਰ ਕਾਰਨ ਕਰਕੇ, ਪਰ ਉੱਥੇ ਜਾ ਕੇ ਟੈਸਟ ਕੀਤਾ ਤੇ ਉਹ ਕੋਵਿਡ ਪੋਜ਼ਿਟਿਵ ਸੀਗੇ, ਉਹਨਾਂ ਨੂੰ ਪਤਾ ਵੀ ਨਹੀਂ ਸੀਗਾ। ਮਤਲਬ ਸਰੀਰ 'ਚ ਕੋਵਿਡ ਆਇਆ ਹੋਇਆ ਸੀ, ਅਜੇ ਇਮਿਊਨ ਸਿਸਟਮ ਸਟਰੋਂਗ ਸੀ, ਜਿਹੜੇ ਸਿੰਪਟਮਸ ਆ ਉਹ ਨਹੀਂ ਸੀ ਸ਼ੋ ਅਪ ਹੋ ਰਹੇ, ਪਰ ਜਿਹੜਾ ਇਨਫੈਕਸ਼ਨ ਆ ਉਹ ਬੋਡੀ ਦੇ ਵਿੱਚ ਸੀਗੀ ਉਹ, ਲੇਕਿਨ ਕਿ 3220 ਦੇ ਕਰੀਬ, ਲੇਕਿਨ ਕਿ ਅਸਲ ਮਰੀਜ਼ ਜਿਹੜੇ ਕੋਵਿਡ ਦੇ ਹੌਸਪੀਟਲ ਦੇ ਵਿੱਚ ਸਮਝੇ ਜਾਂਦੇ ਆ, ਜਿਹਦੇ ਵਿੱਚੋਂ ਕਿ ਮਤਲਬ ਕਹਿ ਲਓ ਵੀ ਇਹ ਜਿਹੜੇ ਟੋਟਲ ਪੇਸ਼ੈਂਟਸ ਆ ਉਹਨਾਂ ਦੇ 54% ਹੀ ਇਹ ਬਣਦੇ ਆ। ਪਰ ICU ਦੇ ਵਿੱਚ ਕੌਣ ਪਹੁੰਚਦੇ ਨੇ? ICU ਦੇ ਵਿੱਚ ਫਿਰ ਉਹੀ ਪਹੁੰਚਦੇ ਆ ਜਿਨ੍ਹਾਂ ਨੂੰ ਕਿ ਵਾਸਟ ਮੈਜੋਰਿਟੀ ਕੋਵਿਡ ਕਰਕੇ ਹੀ ਹੌਸਪੀਟਲ ਜਾਣਾ ਪਿਆ ਸੀਗਾ। ਉਹ ਜਾਣੀ ਕਿ ਅਪ ਟੂ ਅਬਵ 80% 83% ਤੱਕ ਹੈਗੇ ਆ। 477 ਸਾਡੇ ਇੱਥੇ ICUs ਦੇ ਵਿੱਚ ਅੱਜ ਜਿਹੜੇ ਓਨਟਾਰੀਓ ਦੇ ਵਿੱਚ ਰੈਕਡ ਬ੍ਰੇਕਿੰਗ ਇਹ ਪੇਸ਼ੈਂਟਸ ਦੇ ਨੰਬਰਸ ਹੈਗੇ ਆ। ਸੋ 17% ਉਹ ਪੇਸ਼ੈਂਟ ਆ ਜਿਨ੍ਹਾਂ ਦੀ ਵੀ ਕਿਸੇ ਹੋਰ ਕਾਰਨ ਕਰਕੇ ਗਏ ਸੀ, ਬਾਅਦ ਹਾਲਤ ਵਿਗੜੀ, ICU ਦੇ ਵਿੱਚ ਉਹਨਾਂ ਨੂੰ ਲਿਜਾਣਾ ਪਿਆ। ਸੋ ਅਜੇ ਲੇਕਿਨ ਕਿ ਪੀਕ ਜਿਹੜੀ ਅਰਸ਼ ਸਮਝਿਆ ਜਾਂਦਾ ਵੀ ਇਹ ਆਊਗੀ ਇਸ ਮਹੀਨੇ ਦੇ ਅਖੀਰ ਤੱਕ, ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਹੋਈਆਂ ਵੀ ਫਰਵਰੀ ਦੇ ਅੱਧ ਤੱਕ। ਪਰ ਕੋਈ ਏਡੀ ਹੁਣ ਡਰਨ ਘਬਰਾਉਣ ਵਾਲੀ ਗੱਲ ਨਹੀਂ, ਹਾਲ ਪਾਰਿਆ ਵਾਲੀ। ਆਖਰ ਇਸ ਓਮਿਕਰੋਨ ਨੇ ਖਤਮ ਹੋ ਜਾਣਾ ਕਿਉਂਕਿ ਵੈਕਸੀਨ ਆ ਜਿਹੜੀ ਇਹ ਕੰਮ ਕਰਦੀ ਨਜ਼ਰ ਆ ਰਹੀ ਹੈ ਜੀ। 4168953784 4168953784 ਜੌਲ ਸਾਹਿਬ ਦਾ ਨੰਬਰ ਹੈ ਜੀ। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਕਰ ਲਓ ਜੌਲ ਸਾਹਿਬ ਨੂੰ। ਤੁਹਾਡੇ ਗਰੁੱਪ ਦੇ ਵਿੱਚ ਨਿਊਜ਼, ਵਿਊਜ਼, ਗੱਲਾਂ ਬਾਤਾਂ ਤੇ ਵੀਡੀਓਜ਼ ਹਾਜ਼ਰ ਹੋਣਗੀਆਂ। ਸੋ ਅਗੇਨ ਨੰਬਰ ਨੋਟ ਡਾਊਨ ਕਰ ਲਓ 4168953784। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਰ। ਬਹੁਤ ਬਹੁਤ ਧੰਨਵਾਦ ਅਰਸ਼। ਅਸੀਂ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਧੰਨਵਾਦ ਕਰੀਏ। ਔਰ ਸਾਡਾ ਮੰਤਵ ਇੱਕੋ ਇੱਕ ਹੀ ਆ ਜੀ ਵੀ ਕਈ ਵਾਰੀ ਲਫ਼ਜ਼ ਹੇਠਾਂ ਉੱਤਾ ਹੋ ਸਕਦਾ, ਪਰ ਸਾਡੀ ਮਨਸ਼ਾ ਆ ਕਿ ਹਰ ਭੈਣ ਭਰਾ ਬੜੀ ਦੂਰ ਚੱਲ ਕੇ ਆਏ ਨੇ ਤੇ ਖੁਸ਼ ਰਹਿਣਾ, ਖੁਸ਼ੀਆਂ ਮੰਨਣੀਆਂ। ਜੇ ਜੀਵਨ ਬੇਈਮਾਨੀਆਂ ਰਹਿਤ ਹੋਊਗਾ ਹਨਾ, ਬੇਈਮਾਨੀਆਂ ਇਸ ਮੁਲਕ ਦੇ ਵਿੱਚ ਆ ਕੇ ਬੇਈਮਾਨੀਆਂ ਨਾਲ ਬਿਜ਼ਨਸ ਨਹੀਂ ਕਰਾਂਗੇ, ਝੂਠ ਨਹੀਂ ਮਾਰਾਂਗੇ, ਲੋੜਵੰਦਾਂ ਨੂੰ ਨਹੀਂ ਲੁੱਟਾਂਗੇ, ਏਦਾਂ ਦਾ ਜੇ ਆਚਰਣ ਆ, ਝੂਠ ਮਾਰ ਕੇ ਲਾਇਸੈਂਸ ਨਕਲੀ ਲੈਣੇ ਗਾਂ ਵਗੈਰਾ। ਜਿਹੜੇ ਪੇਰੈਂਟਸ ਏਦਾਂ ਦੇ ਕੰਮ, ਇਹਨਾਂ ਦੇ ਬੱਚੇ ਆ ਘਰਾਂ ਦੇ ਵਿੱਚ, ਆਪਾਂ ਦੇਖਿਆ ਸੀ ਵੀ ਜਿਹੜੇ ਪੇਰੈਂਟਸ LMIਆਂ ਵੇਚ ਰਹੇ ਉਹਨਾਂ ਦੇ ਬੱਚੇ ਵੀ ਇੱਥੇ ਵੇਚ ਰਹੇ ਹਨਾ। ਅਗਲੀ ਨਸਲ ਨੂੰ ਦਾ ਵੀ ਤੁਸੀਂ ਸਤਿਆਨਾਸ਼ ਕਰ ਰਹੇ ਹੋ। ਆਏ ਸੀ ਕੈਨੇਡਾ ਬੱਚਿਆਂ ਵਾਸਤੇ ਤੇ ਬੱਚਿਆਂ ਦਾ ਇਹ ਹਾਲ ਹੋ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਉਹੀ ਗਾਂ ਉਹਨਾਂ ਨੂੰ ਅੱਗੇ ਦੇ ਰਹੇ ਹੋ ਬੇਈਮਾਨੀਆਂ। ਇਹ ਨਹੀਂ ਆਪਾਂ ਕੰਮ ਕਰਨ ਆਏ ਸੀ, ਆਪਾਂ ਕਿਸੇ ਬੈਟਰ ਕੰਮ ਵਾਸਤੇ ਆਏ ਹਾਂ, ਉਸ ਨੂੰ ਪਛਾਣੀਏ ਤੇ ਉਸ ਨਾਲ ਚੱਲੀਏ, ਖੁਸ਼ ਰਹੀਏ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ, ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।